ਮਿੰਟੂ ਜੀ ਇਹ ਦੱਸਿਓ, ਇੱਕ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇੰਡੀਆ ਦੇ ਵਿੱਚ ਇੱਕ ਏਅਰਪੋਰਟ ਤੇ ਇੱਕ ਔਰਤ ਵੱਲੋਂ ਦੋਸ਼ ਲਗਾਏ ਗਏ ਨੇ ਕਿ ਤਲਾਸ਼ੀ ਲੈਣ ਵਾਸਤੇ ਉਹਨਾਂ ਨੂੰ ਮਜਬੂਰ ਕੀਤਾ ਗਿਆ ਕਿ ਉਹ ਨਿਰਵਸਤਰ ਹੋਣ, ਕੱਪੜੇ ਉਤਾਰਨ। ਕੀ ਵੇਰਵਾ ਜੀ, ਕਿਹੜੇ ਏਅਰਪੋਰਟ ਤੇ ਹੋਈ ਇਹ ਘਟਨਾ? ਇਹ ਬੈਂਗਲੁਰੂ, ਜਿਹਨੂੰ ਆਪਾਂ ਬੈਂਗਲੌਰ ਦੇ ਨਾਂ ਨਾਲ ਜਾਣਦੇ ਹਾਂ, ਤਾਂ ਇਸ ਏਅਰਪੋਰਟ ਤੋਂ ਇੱਕ ਕੋਈ ਵਿਦਿਆਰਥੀ ਤੇ ਖੁਦ ਨੂੰ ਸੰਗੀਤਕਾਰ ਦੱਸਣ ਵਾਲੀ ਲੇਡੀ ਜਿਹੜੀ ਗੁਜ਼ਰੀ ਹੈ, ਉਹਨੇ ਟਵੀਟ ਕੀਤਾ ਮੰਗਲਵਾਰ ਦੀ ਸ਼ਾਮ ਨੂੰ, ਯਾਨੀ ਕੱਲ, ਟਵੀਟ ਕਰਕੇ ਕਿਹਾ ਕਿ ਸੁਰੱਖਿਆ ਜਾਂਚ ਦੇ ਦੌਰਾਨ ਮੈਨੂੰ ਆਪਣੀ ਕਮੀਜ਼ ਉਤਾਰਨ ਵਾਸਤੇ ਕਿਹਾ ਗਿਆ। ਸੁਰੱਖਿਆ ਚੌਂਕੀ ਤੇ ਸਿਰਫ ਕੈਮੀਸੋਲ ਪਹਿਨ ਕੇ ਅਤੇ ਕਮੀਜ਼ ਲਾ ਕੇ ਖੜਾ ਹੋਣਾ ਸੱਚਮੁੱਚ ਸ਼ਰਮਨਾਕ ਸੀ। ਇਹ ਟਵੀਟ ਦੀ ਭਾਸ਼ਾ ਤੇ ਨਾਲ ਫਿਰ ਟਵੀਟ ਦੇ ਵਿੱਚ ਏਅਰਲਾਈਨ, ਇਸ ਦੀ ਮੰਜ਼ਿਲ ਜਾਂ ਯਾਤਰਾ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ। ਇਹ ਵੀ ਨਾਲ ਹੀ ਵੇਖਣ ਵਾਲੀ ਗੱਲ ਆ। ਹਾਲਾਂਕਿ ਸੁਰੱਖਿਆ ਏਜੰਸੀਆਂ ਨੇ ਕਿਹਾ ਕਿ ਉਹ ਵੇਰਵਿਆਂ ਲਈ CCTV ਦੀ ਜਾਂਚ ਕਰਨਗੇ ਤੇ ਪੁੱਛਣਗੇ ਕਿ ਉਹਨਾਂ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਜਿਹਨੂੰ ਆਪਾਂ CISF ਕਹਿੰਦੇ ਆ, ਕਿ ਉਹਨਾਂ ਦੇ ਕੋਲ ਜਾਂ ਫਿਰ ਏਅਰਪੋਰਟ ਪੁਲਿਸ ਸਟੇਸ਼ਨ ਕੋਲ ਮਾਮਲਾ ਦਰਜ ਕਿਉਂ ਨਹੀਂ ਕਰਵਾਇਆ ਉਸ ਵੇਲੇ। ਔਰ ਦੂਜੀ ਗੱਲ ਇਹ ਆ ਕਿ ਉਹਨਾਂ ਨੇ ਇਹ ਕਿਉਂ ਨਹੀਂ ਦੱਸਿਆ ਕਿ ਇਹ ਕਿੱਥੋਂ ਆ ਰਹੇ ਸਨ, ਕਿੱਥੇ ਜਾ ਰਹੇ ਸਨ, ਕਿਹੜੀ ਫਲਾਈਟ ਦੀ, ਜਾਂ ਜੋ ਵੀ ਤਰੀਕ ਦੀ ਕਿਹੜੀ, ਉਹ ਸਾਰੀ ਵੇਰਵੇ ਵਾਲੀ ਕਹਾਣੀ ਕਿਉਂ ਨਹੀਂ ਦੱਸ ਰਹੇ। ਤਾਂ ਵੈਸੇ ਇਸ ਟਵੀਟ ਤੇ ਖਾਸਾ ਬਵਾਲ ਆ। ਇਧਰ ਦੂਸਰੇ ਪਾਸੇ ਜੋ ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਆ, ਉਹਨਾਂ ਨੇ ਅਸੁਵਿਧਾ ਲਈ ਅਫਸੋਸ ਪ੍ਰਗਟਾਇਆ ਇਸ ਘਟਨਾ ਤੇ। ਇਹਦਾ ਮਤਲਬ ਹੈ ਕਿ ਉਹ ਇੱਕ ਵਾਰੀ ਤਾਂ ਅਫਸੋਸ ਪ੍ਰਗਟਾ ਰਹੇ ਨੇ। ਖੈਰ, ਇਹ ਸਾਰਾ ਕੁਛ ਹੈ ਜਿਹੜਾ ਉਹ ਇੰਡੀਆ ਦੇ ਵਿੱਚ ਕਾਫੀ ਚਰਚਿਤ ਆ। ਪਰ ਨਾਲ ਹੀ ਇੱਕ ਖਬਰ ਹੋਰ ਆਈ ਅੱਜ, ਉਹ ਵੀ ਖਬਰ ਬੜੀ ਇੱਕ ਅਜੀਬੋ-ਗਰੀਬ ਖਬਰ ਹੈ। ਅਜੀਬੋ-ਗਰੀਬ ਕਹਿ ਲਓ ਜਾਂ ਬਿਲਕੁਲ ਕਹਿ ਲਓ ਕਿ ਕਿਸੇ ਬੰਦੇ ਦੀ ਗਿਰੀ ਹੋਈ ਮਾਨਸਿਕਤਾ ਵਾਲੀ ਖਬਰ ਆ। ਤਾਂ 에ਅਰ ਇੰਡੀਆ ਨੇ ਉਸਨੂੰ ਨੋ ਫਲਾਈਟ ਲਿਸਟ ਦੇ ਵਿੱਚ ਪਾ ਦਿੱਤਾ ਹੈ। ਇਹ ਫਲਾਈਟ ਜਿਹੜੀ ਸੀਗੀ ਉਹ US ਤੋਂ ਦਿੱਲੀ ਆ ਰਹੀ ਸੀਗੀ ਤੇ ਇਹਦੇ ਵਿੱਚ ਦੱਸਦੇ ਆ ਕਿ 26 ਨਵੰਬਰ ਦੀ ਘਟਨਾ, ਕਿਉਂਕਿ ਜਾਂਚ ਪੜਤਾਲ ਕਰਦੇ ਆ, ਤੁਹਾਨੂੰ ਪਤਾ ਹੀ ਹੈ ਥੋੜਾ ਸਮਾਂ ਲੱਗ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਹੋਇਆ ਹੈ ਕਿ ਇੱਕ ਯਾਤਰੀ ਨੇ ਜਿਹੜਾ ਕਿ ਥੋੜਾ ਟੱਲੀ ਸੀਗਾ ਤੇ ਉਸ ਬੰਦੇ ਨੇ ਇੱਕ ਬਜ਼ੁਰਗ ਔਰਤ ਤੇ ਜਿਹੜੀ 60-70 ਸਾਲ ਦੀ ਦੱਸੀ ਜਾਂਦੀ ਆ, ਉਹਦੇ ਉੱਤੇ ਪਿਸ਼ਾਬ ਕਰ ਦਿੱਤਾ। ਇਸ ਤੋਂ ਬਾਅਦ ਬੜੇ ਹੁਣ ਇਹ ਸਾਰੀ ਜਦੋਂ ਜਾਂਚ ਪੜਤਾਲ ਕੀਤੀ ਹੈ ਤਾਂ ਉਹਦੇ ਵਿੱਚ ਫਿਰ ਇਹਨਾਂ ਨੇ ਇਹ ਐਕਸ਼ਨ ਲਿਆ ਕਿ ਨੋ ਫਲਾਈ ਸੂਚੀ ਦੇ ਵਿੱਚ ਉਹਨੂੰ ਪਾ ਦਿੱਤਾ ਹੈ। ਪਰ ਇਹ ਮਾਮਲਾ ਜਿਹੜਾ ਇਹ ਇਸ ਵੇਲੇ ਇਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਪਿਆ, ਕਿਉਂਕਿ ਇਸ ਮਹਿਲਾ ਨੇ ਜਿਹਦੇ ਨਾਲ ਇਹ ਸ਼ਰਮਨਾਕ ਘਟਨਾ ਵਾਪਰੀ ਹੈ, ਇਹਨੇ ਟਾਟਾ ਗਰੁੱਪ ਦੇ ਜਿਹੜੇ ਚੇਅਰਮੈਨ ਹਨ ਚੰਦਰ ਸ਼ੇਖਰਨ, ਉਹਨਾਂ ਨੂੰ ਵੀ ਚਿੱਠੀ ਲਿਖ ਦਿੱਤੀ ਹੈ ਇਸ ਬਾਬਤ। ਮਿੰਟੂ ਜੀ ਇਹ ਦੱਸਿਓ, ਹੁਣ ਪਹਿਲਾਂ ਤਾਂ ਮੀਟਿੰਗ ਹੋਈ ਸੀ, ਹੁਣ ਹਰਿਆਣਾ ਤੇ ਪੰਜਾਬ ਪਾਣੀਆਂ ਦੇ ਮਸਲੇ ਤੇ ਫੇਰ ਭਿੜ ਗਏ ਨੇ। ਕੀ ਵੇਰਵਾ ਜੀ, ਕੀ ਗੱਲ ਸਾਹਮਣੇ ਆ ਰਹੀ ਹੈ ਹੁਣ? ਬਿਲਕੁਲ, ਪਹਿਲਾਂ ਵੀ ਮੀਟਿੰਗ ਹੋਈ ਸੀ, ਫੇਰ ਭੇੜ ਹੋਇਆ। ਅੱਜ ਵੀ ਮੀਟਿੰਗ ਸੀ, ਫੇਰ ਭੇੜ ਹੋਇਆ। ਦੋਨਾਂ ਮੁੱਖ ਮੰਤਰੀਆਂ ਦਾ ਉਹੀ ਸਟੈਂਡ ਆ ਔਰ ਉਹੀ ਸਟੈਂਡ ਰਹਿਣ ਦੀ ਸਦਾ ਹੀ ਗੁੰਜਾਇਸ਼ ਰਹੇਗੀ, ਕਿਉਂਕਿ ਪੰਜਾਬ ਕਹੇਗਾ ਕਿ ਪਾਣੀ ਨਹੀਂ ਦੇਣਾ ਤੇ ਨਹੀਂ ਦੇਣਾ, ਉਹ ਕਹਿਣਗੇ ਕਿ ਪਾਣੀ ਲੈਣਾ ਹੀ ਲੈਣਾ ਹੈ। ਤੇ ਇਹ ਅੜਾਟ ਰਾਗ ਹਰਿਆਣੇ ਦਾ ਜਾਰੀ ਰਹੇਗਾ, ਪੰਜਾਬ ਵਾਲਿਆਂ ਦੀ ਇਹ ਦੁਹਾਈ ਜਾਰੀ ਰਹੇਗੀ ਕਿ ਜਿੰਨੀ ਤਬਾਹੀ ਹੋ ਗਈ ਸੋ ਹੋ ਗਈ ਬਈ, ਹੁਣ ਸਾਡੇ ਕੋਲ ਦੇਣੇ ਵਾਸਤੇ ਕੁਛ ਨਹੀਂ ਹੈ। ਤੁਹਾਡੇ ਘਰ ਆ ਕੇ ਕੋਈ ਕਹੇ ਕਿ ਆਟਾ ਤਦੇ ਹੀ ਦੇ ਸਕਦੇ ਹੋ ਜੇ ਭੜੋਲੇ 'ਚ ਹੈ, ਜੇ ਭੜੋਲੀ 'ਚ ਹੈ। ਜੇ ਉੱਥੋਂ ਮੁੱਕ ਗਿਆ ਤਾਂ ਤੁਸੀਂ ਵੀ ਹੱਥ ਖੜੇ ਕਰ ਦਿਓਗੇ ਕਿ ਬਾਈ ਹੈ ਨਹੀਂ ਸਾਡੇ ਕੋਲ ਵੀ। ਤਾਂ ਇਸ ਵੇਲੇ ਦੇਖੋ, ਦੋਨਾਂ ਮੁੱਖ ਮੰਤਰੀਆਂ ਨੇ ਬਾਹਰ ਆ ਕੇ ਜੋ ਗੱਲਾਂ ਕਹੀਆਂ, ਉਹਨਾਂ ਤੇ ਡਿਸਕਸ਼ਨਸ ਚੱਲ ਰਹੀਆਂ ਨੇ, ਡਿਬੇਟ ਚੱਲ ਰਹੇ ਨੇ। ਦੋਨਾਂ ਮੁੱਖ ਮੰਤਰੀਆਂ ਨੇ ਆ ਕੇ ਇੱਕ ਦੂਜੇ ਤੇ ਦੋਸ਼ ਲਾਇਆ। ਖੱਟਰ ਕਹਿੰਦੇ ਕਿ ਭਗਵੰਤ ਮਾਨ ਤੇ ਗੱਲਾਂ ਹੀ ਪਾਰਟੀਆਂ ਕਰਦਾ, ਉਹ ਤੇ ਕਹਿੰਦਾ ਸੁਪਰੀਮ ਕੋਰਟ ਦਾ ਵੀ ਹੁਕਮ ਅਸੀਂ ਨਹੀਂ ਮੰਨਦੇ, ਜਦ ਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਜਦੋਂ ਇਹ ਸਾਰੀ ਵੰਡ ਹੋਈ ਸੀ ਉਸ ਟਾਈਮ ਪਾਣੀ ਕੁਛ ਹੋਰ ਪੱਧਰ ਤੇ ਸੀ, ਅੱਜ ਪਾਣੀ ਕੁਛ ਹੋਰ ਪੱਧਰ ਤੇ। ਸਾਡੀਆਂ ਤਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਇਹਨਾਂ ਨੂੰ ਕਿੱਥੋਂ ਦੇ ਦੇਈਏ। ਤਾਂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਉਹਨਾਂ ਨੇ ਇੱਕ ਹੋਰ ਨੁਕਤਾ ਚੁੱਕਿਆ ਕਿ ਕਹਿੰਦੇ ਕਿ ਸਾਨੂੰ ਹੱਲ ਪੁੱਛਦੇ ਸੀ। ਮੈਂ ਕਿਹਾ ਹੱਲ ਤਾਂ SYL ਦੇ ਵਿੱਚ ਹੀ ਛੁਪਿਆ ਕਿ ਤੁਸੀਂ YSL ਬਣਾਓ, ਮਤਲਬ ਕਿ ਯਮੁਨਾ ਸਤਲੁਜ ਲਿੰਕ ਬਣਾ ਦਿਓ, ਉਹਦੇ ਵਿੱਚ ਹਰਿਆਣੇ ਨੂੰ ਵੀ ਪਾਣੀ ਦਿੰਦੇ ਆ ਉਹ ਤੇ ਸਾਨੂੰ ਵੀ ਦਿਓ, ਸਾਨੂੰ ਤੇ ਆਪ ਬੜੀ ਜ਼ਰੂਰਤ ਆ। ਤਾਂ ਇਸ ਤੋਂ ਬਾਅਦ ਫਿਰ ਹਰਿਆਣੇ ਦੇ ਚੀਫ ਮਿਨਿਸਟਰ ਜਿਹੜੇ ਆ ਉਹ ਵੀ ਗਰਮਾ ਗਰਮੀ ਦੇ ਵਿੱਚ ਹੀ ਚਲੇ ਗਏ ਤੇ ਇਹ ਵੀ ਆਪਣੇ ਰਸਤੇ ਪੈ ਗਿਆ। ਇਹਦਾ ਮਤਲਬ ਇਹੋ ਆ ਕਿ ਇਹ ਸਿਰਫ ਤੇ ਸਿਰਫ ਖਾਨਾ ਪੂਰਤੀ ਸੀ। ਖਾਨਾ ਪੂਰਤੀ ਇਸ ਕਰਕੇ ਸੀ ਕਿਉਂਕਿ ਵਿਜੇ ਜੀ 19 ਜਨਵਰੀ ਨੂੰ ਸੁਪਰੀਮ ਕੋਰਟ 'ਚ ਫਿਰ ਸੁਣਵਾਈ ਹੋਣੀ ਆ। ਸੁਪਰੀਮ ਕੋਰਟ 'ਚ ਜਾ ਕੇ ਕੇਂਦਰ ਕਹਿ ਦੇਗਾ ਕਿ ਅਸੀਂ ਦੋਨਾਂ ਨੂੰ ਬਿਠਾ ਦਿੱਤਾ ਜੀ ਟੇਬਲ ਤੇ,
ਜੀ ਸਾਡੇ ਤੇ ਵੱਸ ਦੀ ਗੱਲ ਨਹੀਂ ਹੈ ਕਿ ਹੁਣ ਅਸੀਂ ਕੀ ਕਰੀਏ। ਪਰ ਗੱਲ ਇਹ ਹੈ ਕਿ ਮੈਨੂੰ ਥੋੜਾ ਜਿਹਾ ਇਹਨਾਂ ਦੀ ਪਹੁੰਚ ਤੇ ਵੀ ਮਤਲਬ ਕਿ ਕਹਿ ਲਓ ਥੋੜਾ ਇਤਰਾਜ਼ ਹੈ ਮਾਨ ਸਾਹਿਬ ਦੀ, ਕਿ ਸਾਨੂੰ ਯਮੁਨਾ ਸਤਲੁਜ ਲਿੰਕ ਹੋਣ ਖਿੱਚਣ ਦੀ ਕੀ ਜ਼ਰੂਰਤ ਆ, ਕਿਉਂਕਿ ਜੇ ਅਸੀਂ ਰਾਈਪੇਰੀਅਨ ਸਿਧਾਂਤ ਤੋਂ ਥੜਕਦੇ ਹਾਂ ਵਿਜੇ ਜੀ, ਬੇਸਿਕ ਲੜਾਈ ਪਾਣੀਆਂ ਦੀ ਪ੍ਰਿੰਸੀਪਲ ਹੈ ਰਾਈਪੇਰੀਅਨ ਸਿਧਾਂਤ, ਜਿਹੜਾ ਉਹ ਕਾਨੂੰਨ ਨਹੀਂ ਹੈ, ਇਹ ਦ੍ਰਿਸ਼ਟੀਗੋਚਰ ਰਹੇ, ਉਹ ਕਾਨੂੰਨ ਨਹੀਂ ਹੈ ਕਿ ਸਿਧਾਂਤ ਹੈ, ਪੂਰੀ ਦੁਨੀਆ 'ਚ ਲਾਗੂ ਹੁੰਦਾ ਹੈ। ਤਾਂ ਉਹਦੇ ਮੁਤਾਬਕ ਸਾਨੂੰ ਕੋਈ ਜ਼ਰੂਰਤ ਨਹੀਂ ਹੈ, ਸਾਨੂੰ ਇਹ ਜ਼ਰੂਰਤ ਹੈ ਕਿ ਅਸੀਂ ਇਹ ਕਹੀਏ ਕਿ ਪਹਿਲਾਂ ਮਾਲਕੀਅਤ ਤੈਅ ਕਰੋ, ਸਾਡੀ ਨਵੇਂ ਸਿਰੇ ਤੋਂ ਮਾਲਕੀਅਤ ਤੈਅ ਕਰੋ, ਔਰ ਫਿਰ ਸਾਨੂੰ ਉਸ ਰਿਪੋਰਟ ਤੇ ਜਾਣਾ ਚਾਹੀਦਾ ਹੈ ਜਿਹੜੀ ਕਿ ਇੱਕ ਬਹੁਤ ਵੱਡੇ ਅਰਥ ਸ਼ਾਸਤਰੀ ਨੇ ਹੁਣੇ ਕੱਢ ਕੇ ਦਿੱਤੀ ਹੈ ਸਾਨੂੰ ਹਾਲ ਦੇ ਦਿਨਾਂ ਦੇ ਵਿੱਚ, ਕਿ ਦਰਅਸਲ ਜਿਹੜੀ BP ਪਟੇਲ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਈ ਗਈ ਸੀਗੀ 1969 ਦੇ ਵਿੱਚ, ਉਹਨੇ ਇੱਕ ਅਵਾਰਡ ਦਿੱਤਾ, ਮਤਲਬ ਕਿ ਪੰਜਾਬ ਦਾ ਜਿਹੜਾ ਪਾਣੀ ਸੀਗਾ ਦਰਿਆਈ ਪਾਣੀ 7.2 ਮਿਲੀਅਨ ਏਕੜ ਫੀਟ, ਮਿਲੀਅਨ ਏਕੜ ਫੀਟ ਹੋ ਗਿਆ MAF ਜਿਹਨੂੰ ਆਪਾਂ ਕਹਿੰਦੇ ਆ, ਤੇ ਉਹਦੇ ਚੋਂ ਹਰਿਆਣੇ ਨੂੰ 3.04 ਮਿਲੀਅਨ ਏਕੜ ਫੀਟ ਜਿਹੜਾ ਉਹ ਦੇ ਦਿੱਤਾ ਗਿਆ। ਪਰ ਇਸ ਰਿਪੋਰਟ ਦੇ ਵਿੱਚ ਜਾਣ ਬੁੱਝ ਕੇ ਉਹ ਕਹਿੰਦੇ ਕਿ ਰਾਵੀ ਦਰਿਆ ਦੇ ਪਾਣੀ ਨੂੰ ਵੰਡਣ ਵਾਲੇ ਪਾਣੀਆਂ 'ਚ ਇਹ ਮੁੱਦਾ ਜਿਹੜਾ ਸ਼ਾਮਲ ਕਰ ਲਿਆ ਗਿਆ। ਤੁਸੀਂ ਸਮਝ ਗਏ ਕਿ ਇਸ ਰਿਪੋਰਟ ਦਾ ਤੱਥ ਸਾਰ ਕੀ ਹੈ, ਕਿ ਭਾਈ ਉਹ ਬਣੀ ਤਾਂ ਹੈਗੀ ਸੀ ਕਿ ਸਤਲੁਜ ਬਿਆਸ ਵਾਸਤੇ ਜੀ, ਪਰ ਇਹਨਾਂ ਨੇ ਨਾਲ ਰਾਵੀ ਦਾ ਵੀ ਜਿਹੜਾ ਪਾਣੀ ਸੀ ਉਹ ਵੰਡਾ ਲਿਆ ਜੀ, ਜਿਹਦੇ 'ਚ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਤੇ ਇਹਨਾਂ ਦੇ ਅਨੁਸਾਰ ਇਹ ਬਹੁਤ ਵੱਡੇ ਅਰਥ ਸ਼ਾਸਤਰੀ ਵੀ ਆ, ਬਹੁਤ ਵੱਡੇ ਵਿਦਵਾਨ ਵੀ ਆ, ਇਹਨਾਂ ਨੇ ਗਿੱਲ ਸਾਹਿਬ ਹੋਰਾਂ ਨੇ ਕਿਹਾ ਕਿ ਇਹ ਜੋ ਇਹਨਾਂ ਨੇ ਪੁਨਰਗਠਨ ਐਕਟ 1966 ਦਾ ਸੈਕਸ਼ਨ 78 ਉਪਬੰਧ 1 ਬਣਾਇਆ, ਉਹਦਾ ਆਪ ਹੀ ਉਲੰਘਣ ਕਰਕੇ ਸਭ ਤੋਂ ਵੱਡਾ, ਮਤਲਬ ਕਿ ਇਹੋ ਜਿਹੇ ਬੁਨਿਆਦੀ ਨੁਕਤੇ ਚੁੱਕਣੇ ਪੈਣਗੇ ਕਿ ਤੁਹਾਡਾ ਤਾਂ ਹੱਕ ਜਿੱਥੇ ਬਣਦਾ ਸੀ, ਪਹਿਲੀ ਗੱਲ ਤਾਂ ਬਣਦਾ ਹੀ ਨਹੀਂ ਸੀ, ਜਿੱਥੇ ਵੰਡ ਵਾਲਾ ਹੱਕ ਬਣਿਆ ਵੀ ਤਾਂ ਤੁਸੀਂ ਉੱਥੇ ਵੀ ਗਾਂ ਲੰਘ ਗਏ। ਇਹ ਬੁਨਿਆਦੀ ਨੁਕਤੇ ਚੁੱਕਣੇ ਪੈਣਗੇ। ਹੁਣ ਐਦੋਂ ਵੱਡੀ ਤਾਂ ਕੋਈ ਮੇਰੇ ਖਿਆਲ ਦੇ ਨਾਲ ਸੱਟ ਰਹੇਗੀ ਨਹੀਂ। ਪਹਿਲੀ ਗੱਲ ਤਾਂ ਸਾਨੂੰ ਚੀਫ ਮਿਨਿਸਟਰ ਚਲੋ ਆਪਣੇ ਪੱਧਰ ਤੇ ਫੈਸਲੇ ਲੈ ਸਕਦੇ ਆ, ਪਰ ਇਹ ਦੇਖਣਾ ਪਵੇਗਾ ਕਿ ਕੀ ਕੇਂਦਰ ਸਰਕਾਰ ਇਸ ਤਰ੍ਹਾਂ ਦੀ ਮੀਟਿੰਗ ਅਰੇਂਜ ਕਰ ਸਕਦੀ ਹੈ ਜੀ ਜੀ। ਉਹ ਇੱਕ ਬਹੁਤ ਵੱਡਾ ਸਵਾਲ ਹੈ, ਕਿਉਂਕਿ ਰਾਈਪੇਰੀਅਨ ਸਿਧਾਂਤ ਦੇ ਮੁਤਾਬਕ 2 ਸਟੇਟਾਂ ਨੇ ਬੈਠਣਾ ਹੈ, ਸੁਪਰੀਮ ਕੋਰਟ ਵੀ ਉਹਦੇ 'ਚ ਪਾਣੀ ਦੀ ਵੰਡ ਨਹੀਂ ਕਰਾ ਸਕਦੀ। 2 ਸਟੇਟਾਂ ਦਾ ਮਸਲਾ ਹੈ, ਜੇ ਉਹ 2 ਸਟੇਟਾਂ ਆਪਸ ਦੇ ਵਿੱਚ ਮਾਮਲਾ ਨਹੀਂ ਸੁਲਟਾਉਂਦੀਆਂ ਤਾਂ ਤੁਸੀਂ ਫਿਰ ਕੇਂਦਰ ਦਾ ਦਖਲ ਦੇ ਸਕਦੇ ਹੋ। ਉਹ ਵੀ ਪੰਜਾਬ ਦੇ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਦੁਨੀਆ 'ਚ ਇੱਕ ਵਿਲੱਖਣ ਮਿਸਾਲ ਆ ਕਿ ਰਾਈਪੇਰੀਅਨ ਵਾਲਾ ਜਿਹੜਾ ਸਟੇਟ ਆ ਉਹਦੇ ਵਿੱਚ ਨਾ ਸਿਰਫ ਦੂਸਰਾ ਸਟੇਟ ਯਾਨੀ ਰਾਜਸਥਾਨ ਜਾਂ ਹਰਿਆਣਾ ਘੁਸੇੜਿਆ ਗਿਆ, ਬਲਕਿ ਹੋਇਆ ਕਿ ਇਹਨਾਂ ਨੇ ਇੱਕ ਦਖਲ ਜਿਹੜਾ ਕੇਂਦਰ ਦਾ ਸੀਗਾ ਪੁਨਰਗਠਨ ਐਕਟ ਦੇ ਵਿੱਚ ਉਹ ਵੀ ਪਾ ਦਿੱਤਾ, 78, 79, 80 ਧਾਰਾ ਦੇ ਵਿੱਚ ਉਹਦਾ ਜ਼ਿਕਰ ਆ, ਜਦ ਕਿ ਕੇਂਦਰ ਦਾ ਕੋਈ ਹੱਕ ਨਹੀਂ ਬਣਦਾ। ਜਿੱਥੇ ਵੀ ਕਿਤੇ ਡਿਸਪਿਊਟਡ ਨੇ 2 ਸਟੇਟਾਂ ਪਾਣੀ ਦੇ ਝਗੜੇ ਨੂੰ ਲੈ ਕੇ, ਤਾਂ ਉੱਥੇ 2 ਸਟੇਟਾਂ ਜਿਹੜੀਆਂ ਡਿਸਪਿਊਟਡ ਨੇ ਆਪਸ ਦੇ ਵਿੱਚ, ਤਾਂ ਉਹਨਾਂ ਦਾ ਮਸਲਾ ਬਣਦਾ ਹੈ, ਨਾ ਕਿ ਤੀਸਰੀ ਧਿਰ ਦਾ ਜੀ। ਤੇ ਬੁਨਿਆਦੀ ਨੁਕਤੇ ਨੇ, ਸਾਨੂੰ ਇਹਨਾਂ ਨੁਕਤਿਆਂ ਤੇ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਆ। ਇਹ ਪਾਣੀ ਸਭ ਦਾ ਸਾਂਝਾ ਹੈ, ਤੁਹਾਡਾ ਮਜ਼ਹਬ ਕੋਈ ਹੋ ਸਕਦਾ ਹੈ, ਪੰਜਾਬ 'ਚ ਰਹਿੰਦੇ ਤੁਸੀਂ ਕਿਸੇ ਵੀ ਧਰਮ ਨੂੰ ਬਿਲੋਂਗ ਕਰੋ, ਪਰ ਇਹ ਪਾਣੀ ਜਿਹੜਾ ਹੈ ਨਾ, ਪਾਣੀ ਸਾਡਾ, ਔਰ ਸਾਡੇ ਪਾਣੀ ਨਾਲ ਹੀ ਸਾਡੀ ਹੋਂਦ ਹੈ ਜੀ। ਬਿਲਕੁਲ 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 ਸਹੀ ਗੱਲ ਆ। ਤੇ ਜਿਹੜੀ ਇੱਕ ਗੱਲ ਹੈ ਨਾ ਕਿ ਜਿਹੜੇ ਇੱਕ ਬੇਸਿਕ ਚੀਜ਼ ਤੋਂ ਜੋ ਥਿਰਕ ਜਾਂਦੇ ਆ, ਜਿਹੜਾ ਤੁਸੀਂ ਰਾਈਪੇਰੀਅਨ ਲਾਅ ਵਾਲਾ ਜ਼ਿਕਰ ਕੀਤਾ, ਯਾਰ ਲਾਅ ਨਹੀਂ ਹੈ ਐਕਚੁਅਲੀ, ਜਾਂ ਰਾਈਪੇਰੀਅਨ ਪ੍ਰਿੰਸੀਪਲ ਆ, ਪ੍ਰਿੰਸੀਪਲ ਆ ਵੀ, ਜੇ ਉਸ ਪ੍ਰਿੰਸੀਪਲ ਦੇ ਉਤੋਂ ਹੀ ਮਤਲਬ ਪਾਸੇ ਨੂੰ ਹੋ ਕੇ ਉਹ ਕਈ ਵਾਰੀ ਦਲੀਲ ਇੰਨੀ ਕਮਜ਼ੋਰ ਹੋ ਜਾਂਦੀ ਹੈ ਫਿਰ ਕਿ ਜਿਹੜਾ ਮੇਨ ਮੁੱਦਾ ਹੁੰਦਾ ਜਿਸ ਆਧਾਰ ਤੇ ਤੁਸੀਂ ਠੋਸ ਗੱਲਬਾਤ ਕਰ ਸਕਦੇ ਹੁੰਦੇ ਹੋ ਉਹ ਡਾਇਲਿਊਟ ਹੋ ਜਾਂਦਾ, ਉਹ ਕਿਤੇ ਹੋਰ ਰਹਿ ਜਾਂਦੀ ਹੈ ਗੱਲ, ਤੇ ਫਿਰ ਭੰਬਲ ਭੂਸੇ 'ਚ ਕੰਮ ਪੈ ਜਾਂਦਾ। ਇਹਦੇ 'ਚ ਵਿਜੇ ਜੀ ਇੱਕ ਚੀਜ਼ ਤੁਸੀਂ ਦੇਖੋ ਕਿ ਸਾਡੇ ਜਿਹੜੇ ਉਸ ਸਮੇਂ ਦੇ ਲੀਡਰ ਸੀ, ਕਿਉਂਕਿ ਉਸ ਟਾਈਮ ਆਪਣਾ ਜਿਹੜਾ ਏਰੀਆ ਸੀਗਾ ਨਾ, ਰਕਬਾ ਜਿਹੜਾ ਸੀਗਾ ਜਿਹਨੂੰ ਆਪਾਂ ਕਹਿੰਦੇ ਆ, ਉਹ ਇੰਨਾ ਵਾਂਦ ਨਹੀਂ ਸੀਗਾ। ਗ੍ਰੀਨ ਰੈਵੋਲੂਸ਼ਨ ਨੇ ਹਾਲੇ ਪੂਰਾ ਅਸਰ ਨਹੀਂ ਸੀ ਦਿਖਾਇਆ, ਆਪਣੀ ਬਹੁਤ ਸਾਰੀ ਜ਼ਮੀਨ ਜਿਹੜੀ ਬਰਾਨੀ ਪਈ ਸੀਗੀ, ਆਪਾਂ ਨੂੰ ਪਾਣੀ ਦੀ ਇੰਨੀ ਜ਼ਰੂਰਤ ਨਹੀਂ ਸੀਗੀ, ਧਰਤੀ ਵਾਲਾ ਪਾਣੀ ਵੀ ਆਪਣਾ ਜਿਉਂਦਾ ਤਿਉਂ ਐਸਿਡ ਦੇ ਰੂਪ 'ਚ ਪਿਆ ਸੀਗਾ। ਤਾਂ ਉਦੋਂ ਦੇ ਲੀਡਰਾਂ ਨੇ ਬੇਵਕੂਫਾਨਾ ਕੰਮ ਕੀਤੇ, ਜਿਹੜੇ ਕੀਤੇ ਸੋ ਕੀਤੇ, ਆਪਾਂ ਮੰਨਦੇ ਇਸ ਚੀਜ਼ ਨੂੰ ਕਿ ਉਹਨਾਂ ਨੇ ਦੂਰ ਅੰਦੇਸ਼ਤਾ ਨਹੀਂ ਦਿਖਾਈ ਕਿ 30-40 ਸਾਲ ਬਾਅਦ ਹਾਲ ਕੀ ਹੋਏਗਾ। ਅੱਜ ਦੀ ਸੂਰਤ ਦੇ ਵਿੱਚ ਅਸੀਂ ਦੇਖ ਰਹੇ ਹਾਂ। ਤਾਂ ਅੱਜ ਕੀ ਕਰ ਰਿਹਾ ਹੈ ਹਰਿਆਣੇ ਦੇ, ਮੈਂ ਜਿੰਨੇ ਵੀ ਬੁਲਾਰਿਆਂ ਨੂੰ ਅੱਜ ਬੋਲਦਾ ਵੇਖਿਆ, ਉਹ ਕਹਿੰਦੇ ਕਿ ਤੁਹਾਡੇ ਲੀਡਰਾਂ ਨੇ ਹੀ ਮੰਨਿਆ ਕਿ ਪਾਣੀ ਤੇ ਹਰਿਆਣੇ ਦਾ ਹੱਕ ਬਣਦਾ, ਮਤਲਬ ਉਹ ਕਾਨੂੰਨ ਨੂੰ ਨਹੀਂ ਕਹਿ ਰਹੇ, ਸੰਵਿਧਾਨ ਦੇ ਕਿਸੇ ਵੀ ਪ੍ਰੋਵੀਜ਼ਨ ਨੂੰ ਕੋਟ ਨਹੀਂ ਕਰ ਰਹੇ, ਉਹ ਕਹਿ ਰਹੇ ਕਿ ਫਲਾਣੇ ਟ੍ਰਿਬਿਊਨਲ ਨੇ ਮੰਨਿਆ, ਫਲਾਣੇ ਤੁਹਾਡੇ ਲੀਡਰ ਨੇ ਮੰਨਿਆ। ਪਰ ਗੱਲ ਇਹ ਆ ਕਿ ਜਦੋਂ ਰਾਈਪੇਰੀਅਨ ਸਿਧਾਂਤ ਕੋਲ ਜਾਓਗੇ ਤਾਂ ਟ੍ਰਿਬਿਊਨਲ ਵੀ ਇਦਾਂ ਨਹੀਂ ਬਣਦੇ ਹੁੰਦੇ ਕਿ ਟ੍ਰਿਬਿਊਨਲ ਕੋਈ ਵੀ ਬਣਾ ਕੇ ਤੁਸੀਂ ਪਾਣੀ ਵੰਡ ਦੇਵੋ।
ਜੀ ਜਦ ਕਿ ਰਾਈਪੇਰੀਅਨ ਦੇ ਵਿੱਚ ਤੁਸੀਂ ਦੇਖੋਗੇ ਰਾਈਪੇਰੀਅਨ ਸਟੇਟ ਕੀ ਹੈ ਕਿ ਜਿਵੇਂ ਆਪਣੇ ਉੱਤੇ ਕਿਹੜੇ ਆਉਗੇ ਹਿਮਾਚਲ ਤੇ ਕਸ਼ਮੀਰ, ਉਹ ਅਪਰ ਰਾਈਪੇਰੀਅਨ ਸਟੇਟ ਨੇ। ਜੀ ਆਪਾਂ ਉਹ ਆ ਜਿਹੜੇ ਲੋਅਰ ਰਾਈਪੇਰੀਅਨ ਸਟੇਟ ਚ ਆ ਗਏ ਜਿੱਥੇ ਮਾਰ ਪੈਂਦੀ ਅਸਲ ਦੇ ਵਿੱਚ ਤੋਂ ਮਾਲਕੀਅਤ ਉਹਨਾਂ ਦੀ ਬਣਦੀ ਹੁੰਦੀ ਹੈ। ਜਿਹੜੇ ਉਹਨਾਂ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਉਹਨਾਂ ਦੇ ਫਾਇਦਿਆਂ ਦੇ ਨਾਲ ਨਾਲ ਨੁਕਸਾਨ ਵੀ ਚੱਲਦੇ ਨੇ। ਬਿਲਕੁਲ ਜੀ। ਮਿੰਟੂ ਜੀ ਇਹ ਦੱਸਿਓ, ਬੀਤੇ ਦਿਨੀ ਖਬਰ ਇਹ ਆਈ ਸੀ, ਮੈਂ ਸੋਮਵਾਰ ਦੀ ਗੱਲ ਹੈ ਇਹ, ਕਿ CM ਭਗਵੰਤ ਮਾਨ ਦਾ ਜਿਹੜਾ ਹੈਲੀਪੈਡ ਵਰਤਦੇ ਨੇ ਉਹ ਘਰ ਦੇ ਨੇੜੇ, ਉੱਥੇ ਬੰਬ ਮਿਲਿਆ ਸੀ। ਉਹਦੇ ਬਾਰੇ ਹੁਣ ਕੁਝ ਹੋਰ ਡਿਟੇਲ ਆਈ ਹੈ ਜੀ ਸਾਹਮਣੇ? ਜੀ ਬਿਲਕੁਲ, ਇਹਦੇ ਵਿੱਚ ਖੁਲਾਸਾ ਹੋ ਗਿਆ ਤਕਰੀਬਨ ਆਰਮੀ ਨੇ ਸਾਫ਼ ਕਰ ਦਿੱਤਾ ਹੈ ਕਿ ਦੇਖੋ ਇਹਦੇ ਵਿੱਚ ਕੋਈ ਵੀ ਐਸੀ ਸਮਰੱਥਾ ਹੈ ਨਹੀਂ ਸੀ ਕਿ ਬਲਾਸਟ ਹੋ ਜਾਵੇ। ਉਹ ਕਹਿੰਦੇ ਕਿ 1960 ਦੇ ਲਗਭਗ ਇਸ ਤਰ੍ਹਾਂ ਦੇ ਬੰਬ ਸ਼ੈਲ ਦੀ ਮੈਨੂਫੈਕਚਰਿੰਗ ਹੁੰਦੀ ਰਹੀ ਹੈ। ਇਸ ਨੂੰ ਫਾਇਰ ਕਰਨ ਲਈ ਵੀ ਮਾਊਂਟਡ ਵੈਪਨ ਸਿਸਟਮ ਟੈਂਕ ਦੀ ਜ਼ਰੂਰਤ ਹੁੰਦੀ ਹੈ, ਅਦਰਵਾਈਜ਼ ਇਹ ਨਹੀਂ ਚੱਲਦਾ। ਉਹ ਕਹਿੰਦੇ ਕਿ ਬਹੁਤ ਪੁਰਾਣਾ ਔਰ ਇਹਦੀ ਮੈਨੂਫੈਕਚਰਿੰਗ ਹੁਣ ਬੰਦ ਹੋ ਚੁੱਕੀ ਹੈ, ਯਾਨੀ ਇਹ ਚੱਲਣ ਦੇ ਹੀ ਸਮਰੱਥ ਨਹੀਂ ਸੀਗਾ। ਔਰ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਮੀਡੀਆ ਵੱਲੋਂ ਕਿ ਭਗਵੰਤ ਮਾਨ ਦੀ ਰਿਹਾਇਸ਼ ਦੇ ਲਾਗੇ ਆ ਜੀ, ਭਗਵੰਤ ਮਾਨ ਦੇ ਹੈਲੀਪੈਡ ਦੇ ਲਾਗੇ ਆ, ਹੈਲੀਪੈਡ ਤੋਂ ਵੀ ਜੇ ਤੁਸੀਂ ਦੇਖੋਗੇ ਤਾਂ ਉਹ 500 ਮੀਟਰ ਦੀ ਦੂਰੀ ਤੇ ਮਿਲਿਆ ਵਾ, ਤਾਂ 500 ਮੀਟਰ ਯਾਨੀ ਅੱਧਾ ਕਿਲੋਮੀਟਰ ਬਣ ਜਾਂਦਾ ਕਰੀਬ। ਤੇ ਇਸ ਤਰ੍ਹਾਂ ਜੇ ਘਰ ਦੀ ਗੱਲ ਕਰੀਏ ਤਾਂ ਰਿਹਾਇਸ਼ ਵੀ ਜਿਹੜੀ ਖੱਟਰ ਸਾਹਿਬ ਦੀ ਜਾਂ ਮਾਨ ਸਾਹਿਬ ਦੀ ਹੈ ਉਹ ਉੱਥੋਂ ਲਗਭਗ 1.5-2 ਕਿਲੋਮੀਟਰ ਸੀ, ਜਦ ਕਿ ਇਹ ਬੰਬ ਜਿਹੜਾ ਮਿਲਿਆ ਵਾ ਇਹ ਚੱਲਣ ਦੀ ਸਮਰੱਥਾ ਹੀ ਨਹੀਂ ਰੱਖਦਾ। ਹਾਲਾਂਕਿ ਇਸ ਤਰ੍ਹਾਂ ਤੁਸੀਂ ਦੇਖਿਆ ਹੋਣਾ, ਕਈ ਵਾਰ ਆਪਾਂ ਅਖਬਾਰਾਂ 'ਚ ਪੜ੍ਹਦੇ ਹੁੰਦੇ ਸੀਗੇ ਛੋਟੇ ਹੁੰਦੇ ਵੀ, ਹੁਣ ਵੀ ਕਦੇ ਕਦੇ ਖਬਰਾਂ ਆ ਜਾਂਦੀਆਂ ਕਿ ਕਬਾੜੀ ਦੀ ਦੁਕਾਨ 'ਚ ਬਲਾਸਟ ਆ। ਜੀ ਕਦੇ ਨਾ ਕਦੇ ਤੁਸੀਂ ਜ਼ਿੰਦਗੀ 'ਚ ਪੜ੍ਹਿਆ ਹੋਵੇਗਾ। ਉਹ ਇਹੀ ਹੈ ਕਿ ਪੁਰਾਣੇ ਜਿਹੜੇ ਇਸ ਤਰ੍ਹਾਂ ਦੇ ਬੰਬ ਸ਼ੈਲ ਹੁੰਦੇ ਆ ਉਹ ਗਾਂਹ ਦੀ ਗਾਂਹ ਵਿਕਦੇ ਜਿਹੜੇ ਆਰਮੀ ਦੇ ਸਕ੍ਰੈਪ 'ਚੋਂ ਨਿਕਲਦੇ ਗਾਂਹ ਜਾਂਦੇ। ਜਦੋਂ ਕਿਤੇ ਸੱਟ ਵੱਜਦੀ ਆ ਉਦੋਂ ਮਾੜਾ ਮੋਟਾ ਜਿਹੜਾ ਉਹਦੇ 'ਚ ਬਰੂਦ ਹੁੰਦਾ ਚੱਲ ਜਾਂਦਾ ਆ, ਤਾਂ ਉਹਦੇ 'ਚ ਨੁਕਸਾਨ ਹੁੰਦੇ ਆ ਕਈ ਵਾਰ। ਪਰ ਇਸ ਬੰਬ ਬਾਰੇ ਸਪਸ਼ਟ ਕਰ ਦਿੱਤਾ ਕਿਉਂਕਿ ਆਰਮੀ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ। ਫਿਰ ਕਿਉਂਕਿ ਇਹਨਾਂ ਦੇ ਕੋਲ ਇਸ ਤਰ੍ਹਾਂ ਦੇ ਐਕਸਪਰਟ ਹੁੰਦੇ ਨੇ ਜਿਹੜੇ ਪੂਰੀ ਜਾਣਕਾਰੀ ਰੱਖਦੇ ਆ, ਫਿਰ ਉਹਨੂੰ ਡਿਫਿਊਜ਼ ਕਿੱਦਾਂ ਕਰਨਾ ਪੂਰੀ ਸਾਰੀ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਬਕਾਇਦਾ। ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਇਹ ਬੰਬ ਕੋਈ ਬਲਾਸਟ ਹੋਣ ਦੀ ਸਮਰੱਥਾ ਰੱਖਦਾ ਹੀ ਨਹੀਂ ਸੀਗਾ। ਪਰ ਫਿਰ ਵੀ ਮੈਂ ਮੰਨਦਾ ਕਿ ਇਹੋ ਜਿਹੀ ਚੀਜ਼ ਜਿਹੜੀ ਹੈ ਉਹ ਇਸ ਤਰ੍ਹਾਂ ਹੈਲੀਪੈਡ ਦੇ ਨੇੜੇ ਨਹੀਂ ਜਾਣੀ ਚਾਹੀਦੀ, ਪਰ ਉਹ ਇੰਨੀ ਵੀ ਨੇੜੇ ਨਹੀਂ ਸੀਗੀ ਕਿ ਜਿਹਨੂੰ ਆਪਾਂ ਕੋਈ ਸਾਜ਼ਿਸ਼ ਮੰਨ ਲਈਏ ਜਾਂ ਉਹਦੇ ਤੇ ਮੋਹਰ ਲਾ ਦਈਏ। ਜੀ ਮਿੰਟੂ ਜੀ ਇਹ ਦੱਸਿਓ, ਪੰਜਾਬ ਦੇ ਵਿੱਚ ਕਿਹੜੀ ਥਾਂ ਇਹ ਘਟਨਾ ਵਾਪਰੀ ਹੈ? ਕਿਸਾਨ ਨੂੰ ਘਰ ਦੇ ਵਿੱਚ ਉਹਦੇ ਘਰ 'ਚ ਵੜ ਕੇ ਹਮਲਾ ਕੀਤਾ ਗਿਆ, ਕੀ ਵੇਰਵਾ ਜੀ ਇਸ ਗੱਲਬਾਤ ਦਾ? ਦੇਖੋ ਇਹ ਲੁਧਿਆਣੇ ਦਾ ਪਿੰਡ ਹੈ ਬਾਰਦੇ, ਜਿਹਦੇ ਵਿੱਚ ਇਹ ਘਟਨਾ ਵਾਪਰੀ ਆ। ਔਰ ਕਮਾਲ ਦੀ ਗੱਲ ਇਹ ਹੈ ਕਿ ਪੱਠਾ ਦੱਥਾ ਪਾ ਰਿਹਾ ਸੀਗਾ ਉਸ ਵਕਤ ਵਿਅਕਤੀ। ਉਹ ਜਦੋਂ ਇਹਨੂੰ ਗੋਲੀਆਂ ਮਾਰੀਆਂ ਗਈਆਂ, ਪਰਮਜੀਤ ਸਿੰਘ ਨਾਂ ਦੇ ਇਸ ਵਿਅਕਤੀ ਦੀ ਜਿਹਦੀ ਉਮਰ 45 ਕੁ ਸਾਲ ਆ, ਕਿ ਜਦੋਂ ਘਰ ਦੇ ਵਿੱਚ ਪੱਠਾ ਦੱਥਾ ਪਾ ਰਿਹਾ ਸੀਗਾ ਤਾਂ ਘਰ 'ਚ 2 ਸ਼ੂਟਰ ਦਾਖਲ ਹੁੰਦੇ ਨੇ। CCTV ਵੀ ਬਾਹਰ ਆਈ ਵੀ ਆ ਹੁਣ ਤਾਂ, ਕਿ ਦੋਨੇ ਗੋਲੀਆਂ ਮਾਰ ਕੇ ਭੱਜ ਵਗਦੇ ਆ। ਔਰ ਦਿਨ ਦੀਵੇਂ ਦੀ ਗੱਲ ਆ ਇਹ, ਕੋਈ ਰਾਤ ਦਾ ਵਿਖਾ ਨਹੀਂ ਹੈ, ਕੋਈ ਸਵੇਰ ਦਾ ਟਾਈਮ ਨਹੀਂ ਹੈ, ਕੋਈ ਧੁੰਦ ਦਾ ਨਹੀਂ ਹੈ। ਇਹ ਮਤਲਬ ਕਿ ਚਿੱਟੇ ਦਿਨ ਹੀ ਕਤਲ ਕਰਕੇ ਉਹ ਨਿਕਲ ਜਾਂਦੇ ਨੇ ਜੀ। ਤੇ ਹਾਲਾਂਕਿ ਗੱਡੀ ਦੀਆਂ ਵੀ ਕੁਝ ਤਸਵੀਰਾਂ ਜਿਹੜੀਆਂ ਨੇ CCTV ਦੇ ਵਿੱਚ ਕੈਦ ਹੋਈਆਂ। DL ਨੰਬਰ ਹੈ, ਸ਼ਾਇਦ ਦਿੱਲੀ ਦਾ ਨੰਬਰ ਹੋਵੇਗਾ ਜਾਂ ਹੋ ਸਕਦਾ ਕਿ ਕੋਈ ਫਰਜ਼ੀ ਨੰਬਰ ਲਾਇਆ ਹੋਵੇ। ਤਾਂ ਇਸ ਮਾਮਲੇ ਦੇ ਵਿੱਚ ਮੈਂ ਮ੍ਰਿਤਕ ਦੇ ਭਰਾ ਨੂੰ ਸੁਣ ਰਿਹਾ ਸੀਗਾ, ਇੱਕ ਚੈਨਲ ਨੂੰ ਬਾਈਟ ਦੇ ਰਹੇ ਸੀਗੇ। ਉਹ ਕਹਿ ਰਹੇ ਸਨ ਕਿ ਦੇਖੋ ਸਾਨੂੰ ਅੱਗੇ ਵੀ ਧਮਕੀਆਂ ਆ ਰਹੀਆਂ ਸੀਗੀਆਂ। ਔਰ ਇਸ ਤੋਂ ਬਾਅਦ ਵੱਡੀ ਇਸ ਮਾਮਲੇ ਦੇ ਵਿੱਚ ਇਹ ਡਿਵੈਲਪਮੈਂਟ ਹੋਈ ਕਿ ਅਰਸ਼ ਡਾਲਾ ਦੇ ਪੇਜ ਤੋਂ ਇਸ ਮਾਮਲੇ ਦੀ ਜਾਂ ਕਹਿ ਲਓ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਈ। ਤੇ ਨਾਲ ਕੋਈ ਮੀਡੀਆ ਪਿੰਡ ਦੇ ਨੌਜਵਾਨ ਦੀ ਵੀ ਫੋਟੋ ਪਾਈ ਗਈ ਆ ਕਿ ਦਰਅਸਲ ਇਸ ਬੰਦੇ ਨੇ ਜਿਹੜਾ ਅੱਜ ਮਾਰਿਆ ਵਾ, ਇਸ ਬੰਦੇ ਨੇ ਸਾਡੇ ਭਰਾ ਨੂੰ ਬੜਾ ਤੰਗ ਕੀਤਾ ਸੀ ਤੇ ਇਹਦੇ ਸਿਤਮ ਜ਼ਰੀਫੀ ਦੇ ਚੱਲਦਿਆਂ ਹੀ ਉਹਨੇ ਖੁਦਕੁਸ਼ੀ ਕਰ ਲਈ ਸੀਗੀ। ਤਾਂ ਮਾਮਲਾ ਕੁਝ ਇਸ ਕਿਸਮ ਦਾ। ਤੇ ਇੱਕ ਪਾਸੇ ਜਿਹੜੀਆਂ ਧਮਕੀਆਂ ਆ ਰਹੀਆਂ ਸੀਗੀਆਂ ਉਹਦੀ ਵੀ ਪੁਸ਼ਟੀ ਹੋ ਰਹੀ ਆ, ਤਾਂ ਦੂਸਰੇ ਪਾਸੇ ਜਿਹੜੀ ਕਥਿਤ ਤੌਰ ਤੇ ਜ਼ਿੰਮੇਵਾਰੀ ਵੀ ਆ ਗਈ ਆ। ਲੱਗਦਾ ਇਹੋ ਹੈ ਕਿ ਮਾਮਲਾ ਜਿਹੜਾ ਕੁਝ ਇਸ ਤਰ੍ਹਾਂ ਦਾ ਹੀ ਹੈ ਕਿ ਕੋਈ ਸ਼ੂਟਰ ਜਿਹੜੇ ਆ ਸ਼ਾਇਦ ਹੋ ਸਕਦਾ ਹਾਇਰ ਕੀਤੇ ਹੋਣ, ਬਾਹਰੋਂ ਆਏ ਹੋਣ, ਰੇਕੀ ਕੀਤੀ ਹੋਵੇ ਵਗੈਰਾ ਵਗੈਰਾ। ਉਹ ਜਿਹੜੀਆਂ ਚੀਜ਼ਾਂ ਨੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ। ਪਰ ਇਸ ਘਟਨਾ ਨੇ ਇੱਕ ਵਾਰ ਫਿਰ ਪੰਜਾਬੀਆਂ ਨੂੰ ਡਰਾ ਦਿੱਤਾ, ਸੋਚਣ ਵਾਸਤੇ ਮਜਬੂਰ ਕਰ ਦਿੱਤਾ ਕਿ ਆਖਰਕਾਰ ਇਹ ਚੱਲ ਕੀ ਰਿਹਾ ਕਿ ਬੰਦਾ ਹੁਣ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ ਜੀ। ਹਾਲਾਂਕਿ ਇਸ ਮਾਮਲੇ 'ਚ ਪੁਲਿਸ ਅਫੀਸ਼ੀਅਲ ਥੋੜੇ ਦਬੀ ਜ਼ੁਬਾਨ ਦੇ ਨਾਲ ਕਹਿ ਰਹੇ ਨੇ ਕਿ ਹਾਂ ਜੀ ਸ਼ਨਾਖਤ ਹੋ ਗਈ ਆ। ਵੈਸੇ ਉਹਨਾਂ ਦੀ ਤਸਵੀਰ ਜਿਹੜੀ ਆ CCTV 'ਚ ਆ ਗਈ ਆ, ਸ਼ਨਾਖਤ ਹੋ ਗਈ ਆ, ਬੰਦੇ ਫੇਰ ਫੜ ਲਏ ਜਾਣਗੇ। ਪਰ ਪੰਜਾਬ ਦੇ ਵਿੱਚ ਇਹ ਆਮ ਚੱਲਣ ਹੈ, ਇਸ ਵੇਲੇ ਫਰੌਤੀ ਮੰਗੀ ਜਾਂਦੀ ਹੈ ਜੀ। ਵੈਸੇ ਉਹ ਰੰਗਦਾਰੀ ਹੁੰਦੀ ਹੈ ਜਿਹਨੂੰ ਅੱਜ ਕੱਲ੍ਹ ਫਰੌਤੀ ਦੇ ਨਾਲ ਪੂਰਾ ਟ੍ਰੈਂਡ ਕੀਤਾ ਜਾ ਰਿਹਾ ਵਾ ਕਿ ਜੇ ਮੰਨ ਲਓ ਕੋਈ ਨਹੀਂ ਦਿੰਦਾ ਫਾਇਰਿੰਗ ਵਾਸਤੇ ਕੀ ਹੈ ਕਿ ਪੰਜਾਬ ਦੇ ਵਿੱਚੋਂ ਵੀ ਮੁੰਡੇ ਮਿਲ ਜਾਂਦੇ ਨੇ
ਜੇ ਕਿਸੇ ਨੂੰ ਮਾਰਨਾ ਹੈ ਤਾਂ ਫਿਰ ਬਹੁਤ ਤਕੜੇ ਸ਼ਾਰਪ ਸ਼ੂਟਰ ਜਿਹੜੇ ਆ ਕੁਝ ਕੁ ਪੈਸੇ ਦੇ ਕੇ ਬਾਹਰੋਂ ਵੀ ਹਾਇਰ ਕਰਕੇ ਮਰਵਾ ਦਿੱਤਾ ਜਾਂਦਾ ਹੈ। ਇਹ ਜਿਹੜੀ ਚੀਜ਼ ਹੈ ਇਹਨੂੰ ਰੋਕਣਾ ਲਗਭਗ ਇਸ ਵੇਲੇ ਅਸੰਭਵ ਜਾਪਦਾ ਹੈ। ਤਾਂ ਹੁਣ ਇਹ ਘਟਨਾਵਾਂ ਸਿਲਸਿਲੇਵਾਰ ਤਰੀਕੇ ਨਾਲ ਅੱਗੇ ਵਧ ਰਹੀਆਂ ਪੰਜਾਬ ਜੀ। ਮਿੰਟੂ ਜੀ ਇਹ ਦੱਸਿਓ, ਇੱਕ ਡਾਕਟਰ ਨੇ ਇੱਕ ਤਿਮਾਰਦਾਰ ਨੂੰ ਫੈਂਟ ਸੁੱਟਿਆ, ਕੁੱਟਤਾ। ਜਦੋਂ ਪੁੱਛਿਆ ਗਿਆ ਡਾਕਟਰ ਨੂੰ ਕਿ ਭਾਈ ਤੇਰਾ ਨਾਂ ਕੀ ਆ, ਤਾਂ ਫਿਰ ਡਾਕਟਰ ਨੇ ਜਵਾਬ ਕੀ ਦਿੱਤਾ? ਚੁਲਬੁਲ ਪਾਂਡੇ। अच्छा देखो गल है कि उन्हें कहा कि चुलबुल पांडे, हाँ मैं चुलबुल पांडे हूँ। जिसमें वो दबंग च डायलॉग है ना, एक होता है पुलिस वाला, एक होता है गुंडा, हम कहलाते हैं पुलिस वाला गुंडा जी। तो इस तरह कई बार वो आत्मा आ जाती है। तो खैर ये मामला जिहड़ा अपने आप दे विच बड़ा हैरान करने वाला मसला है। ਇਹਦੇ ਵਿੱਚ ਹੋਇਆ ਕੀ ਹੈ ਕਿ ਇੱਕ ਤਿਮਾਰਦਾਰ ਜਦੋਂ ਗਿਆ ਡਾਕਟਰ ਦੇ ਕੋਲ, ਕਿਉਂਕਿ ਇਹਨਾਂ ਨੂੰ ਇੱਥੋਂ ਸ਼ਿਫਟ ਕਰ ਦਿੱਤਾ ਗਿਆ ਸੀ, ਕਿਸੇ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ। ਰੈਫਰ ਹੋਣ ਤੋਂ ਬਾਅਦ ਜਦੋਂ ਉਕਤ ਵਿਅਕਤੀ ਉਹ ਕਿਸੇ ਲੜਕੀ ਦਾ ਉਹ ਲੈਣ ਆਇਆ, ਸਾਰਾ ਕੁਝ ਰਿਕਾਰਡ ਵਗੈਰਾ ਜਿਹੜਾ ਕੁਝ ਹੁੰਦਾ ਇਹਨਾਂ ਦੇ ਕੋਲ, ਤਾਂ ਉੱਥੇ ਇਹਦੀ ਬਹਿਸ ਮਵੈਸੇ ਵਾਲੀ ਕਹਾਣੀ ਸ਼ੁਰੂ ਹੋ ਗਈ। ਤੇ ਗੁੱਸੇ ਦੇ ਵਿੱਚ ਆ ਕੇ ਡਾਕਟਰ ਨੇ ਦੱਸਦੇ ਆ ਕਿ ਧੱਪੜ ਧੁੱਪੜ ਮਾਰ ਦਿੱਤੇ। ਪਰ ਇਹ ਕਹਿੰਦਾ ਕਿ ਬਈ ਡਾਕਟਰ ਜਿਹੜਾ ਹੁਣ ਤਾਂ ਮੁੱਕਰ ਰਿਹਾ, ਕਹਿੰਦਾ ਕਿ ਨਹੀਂ ਗੱਲ ਜਿਹੜੀ ਤਲਖ ਕਲਾਮੀ ਤੱਕ ਤੇ ਪਹੁੰਚੀ ਆ, ਜਿਹੜਾ ਧੌਲ ਧੱਪੜ ਵਾਲਾ ਮਾਮਲਾ ਹੈ ਨਾ, ਉਹ ਆਪਾਂ ਨੇ ਨਹੀਂ ਕੀਤਾ। ਮਤਲਬ ਕਿ ਕਹਿੰਦੇ ਕਿ ਗਾਲੀ ਗਲੋਜ਼ ਤੱਕ ਤੇ ਗੱਲ ਗਈ ਹੋਏਗੀ, ਤਲਖ ਕਲਾਮੀ ਤੇ ਹੋਈ ਹੋਏਗੀ, ਪਰ ਉਹ ਤੋਂ ਅੱਗੇ ਨਹੀਂ। ਪਰ ਜਿਹੜਾ ਆਦਮੀ ਇਹਨਾਂ ਦੇ ਹੱਥੋਂ ਫੈਂਟਿਆ ਗਿਆ, ਉਹ ਕਹਿੰਦਾ ਕਿ ਅਸੀਂ ਜਦੋਂ ਪੁੱਛਿਆ ਕਿ ਬਈ ਤੂੰ ਇਹ ਗਾਲਾਂ ਗੂਲਾਂ ਸਾਨੂੰ ਕੱਢ ਰਿਹਾ ਹੈ, ਕੌਣ ਹੈ ਤੂੰ? ਕਹਿੰਦਾ ਚੁਲਬੁਲ ਪਾਂਡੇ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਉਹਨੇ ਬੜੀ ਅਜੀਬੋ ਗਰੀਬ ਆਵਾਜ਼ ਕੱਢ ਕੇ ਦੱਸਿਆ ਉਹਨਾਂ ਕਿ ਮੈਂ ਚੁਲਬੁਲ ਪਾਂਡੇ ਆ। ਵੈਸੇ ਵੀ ਅੱਜ ਕੱਲ੍ਹ ਡਾਕਟਰਾਂ ਤੋਂ ਕਈ ਵਾਰ ਡਰ ਹੀ ਲੱਗਦਾ ਹੈ, ਕਿਉਂਕਿ ਡਰ ਮੈਂ ਕਿਉਂ ਕਹਿ ਰਿਹਾ, ਡਾਕਟਰ ਸਾਰੇ ਨਹੀਂ ਮਾੜੇ ਹੈਗੇ। ਇੱਥੇ ਅੱਜ ਹੀ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਕੁਛ ਮੁੰਨਾ ਭਾਈ 5-5 ਲੱਖ ਚ ਡਿਗਰੀਆਂ ਲਿਆ ਕੇ ਤੇ ਇੱਥੇ ਡਾਕਟਰੀ ਕਰ ਰਹੇ ਨੇ। ਉਹ ਅੱਛਾ ਜੀ। ਔਰ ਇਸ ਤੋਂ ਵੀ ਵੱਡੀ ਗੱਲ ਕਿ ਜਿਹੜੇ ਫੋਰਨ ਦੇ ਵਿੱਚੋਂ MBBS ਕਰਕੇ ਆਏ, ਵਿਜੇ ਜੀ ਇੰਟਰਸਟਿੰਗ ਗੱਲ ਹੈ, ਉਹਨਾਂ ਵਾਸਤੇ ਇੱਥੇ ਇੱਕ ਕਾਇਦਾ ਹੈ ਕਿ ਉਹਨਾਂ ਨੂੰ ਇੱਕ ਐਗਜ਼ਾਮ ਕੰਡਕਟ ਕਰਕੇ ਉਹਦੇ ਵਿੱਚੋਂ ਗੁਜ਼ਾਰ ਕੇ ਫਿਰ ਜੌਬ ਤੇ ਖੜਿਆ ਜਾਂਦਾ ਸਰਵਿਸ ਦੇ ਵਿੱਚ। ਮੈਡੀਕਲ ਕਾਉਂਸਲ ਆਫ ਇੰਡੀਆ ਦਾ ਐਗਜ਼ਾਮ ਜੀ। ਹਾਂ ਜੀ, 73 ਦੇ ਕਰੀਬ ਡਾਕਟਰ ਇਸ ਵੇਲੇ CBI ਦੇ ਰਡਾਰ ਤੇ ਆ, ਜਿਨ੍ਹਾਂ ਨੇ ਕੁਝ ਸਾਲਾਂ 'ਚ ਉਹ ਐਗਜ਼ਾਮ ਬਾਈਪਾਸ ਹੀ ਕਰ ਲਿਆ। ਉਹ ਅੱਛਾ ਜੀ। ਜੁਗਾੜ ਲਾ ਕੇ ਤੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਇਸ ਵੇਲੇ ਤੈਨਾਤ ਨੇ। ਸੋ ਇਸ ਕਰਕੇ ਕੁਛ ਕੁ ਡਾਕਟਰਾਂ ਤੋਂ ਜਿਹੜੇ ਇਸ ਤਰ੍ਹਾਂ ਦੇ ਮੁੰਨਾ ਬਾਈ ਨੇ, ਉਹਨਾਂ ਤੋਂ ਡਰ ਵੀ ਲੱਗਦਾ ਆ। ਤਾਂ ਖੈਰ ਡਾਕਟਰ ਡਿਨਾਈ ਕਰ ਰਿਹਾ, ਪਰ ਆਪਣੇ ਆਪ ਦੇ ਵਿੱਚ ਇਹ ਬੜੀ ਮੰਦਭਾਗੀ ਘਟਨਾ। ਔਰ ਇਸ ਤਰ੍ਹਾਂ ਦੀਆਂ ਘਟਨਾਵਾਂ ਇੰਡੀਆ 'ਚ ਹੁੰਦੀਆਂ ਰਹਿੰਦੀਆਂ। ਕਿਤੇ ਤਿਮਾਰਦਾਰ ਡਾਕਟਰ ਨੂੰ ਭੜਕਾ ਦਿੰਦੇ ਆ, ਕਿਤੇ ਡਾਕਟਰਾਂ ਦਾ ਜ਼ੋਰ ਚੱਲਦਾ ਤੇ ਉਹ ਇਹਨਾਂ ਨੂੰ ਥੌਲਾ ਪਾ ਦਿੰਦੇ ਨੇ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਡਾਕਟਰ, ਮਰੀਜ਼ ਤੇ ਤਿਮਾਰਦਾਰ ਤਿਕੜੀ ਦੀ ਜੇ ਕਹੀਏ ਤਾਂ ਬੜੀ ਸਾਂਝ ਹੋਣੀ ਚਾਹੀਦੀ ਹੈ। ਕਿਉਂ? ਤਿਮਾਰਦਾਰ ਉਹ ਹੈ ਜਿਹਨੇ ਡਾਕਟਰ ਨੂੰ ਆਵਾਜ਼ ਮਾਰਨੀ ਹੈ, ਤੇ ਡਾਕਟਰ ਉਹ ਹੈ ਜਿਹਨੇ ਤੜਫਦੇ ਵਿਅਕਤੀ ਨੂੰ ਰਾਹਤ ਦੇਣੀ ਹੈ। ਸੋ ਇਸ ਕਰਕੇ ਤਿੰਨਾਂ ਦੇ ਵਿੱਚ ਕੋਈ ਵੀ ਫਰਕ ਪਵੇਗਾ ਤੇ ਉਹ ਜਿਵੇਂ ਲਾਭ ਹੀ ਕਹਿੰਦਾ ਨਾ, ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣਾ, ਤਾਂ ਫਿਰ ਫਰਕ ਬਹੁਤ ਜ਼ਿਆਦਾ ਪੈ ਜਾਏਗਾ ਜੀ। ਬਿਲਕੁਲ ਬਿਲਕੁਲ। ਮਿੰਟੂ ਜੀ, ਸੜਕ ਹਾਦਸਿਆਂ ਸੰਬੰਧੀ ਰਿਪੋਰਟ ਚੋਂ ਕੀ ਕਹਿੰਦੇ ਨੇ ਅੰਕੜੇ ਪੰਜਾਬ ਦੇ ਮੁਤਲਕ? ਕਿਉਂਕਿ ਸੜਕ ਹਾਦਸਿਆਂ ਦੀਆਂ ਕਈ ਘਟਨਾਵਾਂ ਅਜਿਹੀਆਂ ਹੁੰਦੀਆਂ ਨੇ, ਸਾਨੂੰ ਪਤਾ ਵੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ, ਇਹ ਇੱਕ ਰੋਡ ਸੇਫਟੀ ਬਹੁਤ ਵੱਡਾ ਇਸ਼ੂ ਆ, ਪਰ ਅੰਕੜੇ ਕੀ ਕਹਿੰਦੇ ਨੇ ਜੀ? ਹਾਂਜੀ ਦੇਖੋ, ਅੱਗੇ ਪੰਜਾਬ ਦੀ ਵੀ ਇੱਕ ਰਿਪੋਰਟ ਆਈ ਸੀ, ਥੋੜਾ ਹੀ ਫਰਕ ਹੈ, ਕੋਈ ਬਹੁਤਾ ਫਰਕ ਨਹੀਂ ਹੈਗਾ। ਤਾਂ ਹੁਣ ਜੋ ਸਾਡਾ ਆਵਾਜਾਈ ਮੰਤਰਾਲਾ ਹੈ ਉਸਨੇ ਵੀ 2021 ਦੀ ਰਿਪੋਰਟ ਜਿਹੜੀ ਆ ਸਮੁੱਚੇ ਤੌਰ ਤੇ ਜਾਰੀ ਕਰ ਦਿੱਤੀ ਆ। ਪੰਜਾਬ ਦੇ ਵਿੱਚ 2021 ਚ ਕੁੱਲ 10,983 ਸੜਕ ਹਾਦਸੇ ਵਾਪਰੇ। ਛੋਟੀ ਸਟੇਟ ਆ, ਬੱਸੋਂ ਵੀ ਬਹੁਤ ਹੀ ਜ਼ਿਆਦਾ ਨਹੀਂ, ਪਰ ਤੁਸੀਂ ਫਿਰ ਵੀ ਦੇਖੋ 10,983 ਬਹੁਤ ਜ਼ਿਆਦਾ ਹਾਦਸਿਆਂ ਦੀ ਗਿਣਤੀ ਹੈ। ਤਾਂ ਇਹਨਾਂ ਹਾਦਸਿਆਂ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਕੁੱਲ ਮਿਲਾ ਕੇ 4500 ਦੇ ਕਰੀਬ ਬੰਦੇ ਜਿਹੜੇ ਆ ਉਹ ਗੁਜ਼ਰ ਗਏ ਇਹਨਾਂ ਸੜਕ ਹਾਦਸਿਆਂ ਦੇ ਵਿੱਚ। ਇਹ ਵੀ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਦੇਖੀਏ। ਤਾਂ ਪੰਜਾਬ ਦੇ ਵਿੱਚ 2021 ਦੇ ਵਿੱਚ ਟੋਟਲ ਜਿਹੜੇ ਇਹ ਹਾਦਸੇ ਹੋਏ ਆ, ਉਹਨਾਂ 'ਚ ਕੁਝ ਛੋਟੇ ਹਾਦਸੇ ਆ, ਕੁਝ ਵੱਡੇ ਹਾਦਸੇ ਆ। ਤਾਂ 4599 ਬੰਦਿਆਂ ਦੀ ਮੌਤ ਹੋਈ ਆ, ਇਹਨਾਂ ਦੇ ਵਿੱਚ 3072 ਜ਼ਖਮੀ ਹੋਏ ਆ। ਸਭ ਤੋਂ ਜੇ ਵੱਡੇ ਹਾਦਸਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਗਿਣਤੀ ਵੀ 4250 ਰਹੀ ਆ। ਪਰ ਇੰਟਰਸਟਿੰਗ ਫੈਕਟ ਹੈ ਜਿਹੜਾ, ਉਹ ਇੰਡੀਆ ਤੇ ਪੰਜਾਬ ਦਾ ਸੇਮ ਹੈ। ਜੇ ਤੁਸੀਂ ਦੇਖੋਗੇ ਕਿ ਬਹੁਤੇ ਹਾਦਸੇ ਕਿੰਨੇ ਟਾਈਮ ਪੀਰੀਅਡ ਦੇ ਦੌਰਾਨ ਹੁੰਦੇ ਨੇ, ਤਾਂ ਉਹ ਕਹਿੰਦੇ ਨੇ ਕਿ ਇੰਡੀਆ ਸਾਰਿਆਂ ਦਾ ਜੇ ਡਾਟਾ ਚੁੱਕ ਲੋਗੇ ਉਹ ਵੈਸੇ ਲੱਖਾਂ 'ਚ ਚਲੇ ਜਾਂਦਾ ਇੰਡੀਆ ਦੇ ਜਿਹੜੇ ਸੜਕੀ ਹਾਦਸੇ ਹੁੰਦੇ ਨੇ। ਤਾਂ ਇੱਥੇ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ, ਤਾਂ ਇਹ ਕਹਿ ਰਹੇ ਨੇ ਕਿ ਸ਼ਾਮੀ 6 ਤੋਂ 9 ਵਜੇ ਤੱਕ ਦਾ ਜਿਹੜਾ ਸਮਾਂ ਹੈ
ਉਹ ਸੜਕ ਤੇ ਬਹੁਤ ਖਤਰਨਾਕ ਹੋ ਗੁਜ਼ਰਦਾ ਹੈ ਪੰਜਾਬ ਦੇ ਵਿੱਚ। ਤਾਂ ਆਪਾਂ ਨੂੰ ਪਤਾ ਹੈ ਉਸ ਵੇਲੇ ਖਾਣ ਪੀਣ ਦੇ ਟਾਈਮ ਦੀ ਕਹਾਣੀ, ਔਰ ਉਸ ਤੋਂ ਇਲਾਵਾ ਕਈ ਵਾਰ ਕਾਹਲੀ ਬਹੁਤ ਹੁੰਦੀ ਹੈ ਲੋਕਾਂ ਨੂੰ ਉਸ ਟਾਈਮ ਜੀ। ਇਸ ਕਰਕੇ ਇਹ ਇੰਡੀਆ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਫੈਕਟ ਜਿਹੜਾ ਹੈ ਕੰਮ ਕਰਦਾ ਹੈ, ਫੈਕਟਰ ਜਿਹੜਾ ਹੈਗਾ ਸੜਕ ਹਾਦਸਿਆਂ ਦੇ ਵਿੱਚ। ਇਹ 6 ਤੋਂ 9 ਦੇ ਦਰਮਿਆਨ ਵਧੇਰੇ ਹਾਦਸੇ ਹੁੰਦੇ ਨੇ ਸ਼ਾਮ ਨੂੰ, ਤੇ ਜੇ ਪੰਜਾਬ ਦੇ ਲਿਹਾਜ਼ ਨਾਲ ਦੇਖੋਗੇ ਤਾਂ ਇੱਥੇ ਵੀ। ਔਰ ਸਭ ਤੋਂ ਘੱਟ ਜਿਹੜੇ ਸਾਡੇ ਸੜਕੀ ਹਾਦਸੇ ਹੁੰਦੇ ਨੇ ਉਹ ਰਾਤ ਨੂੰ 12 ਤੋਂ ਸਵੇਰ 6 ਵਜੇ ਦੇ ਦਰਮਿਆਨ ਜੀ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਦੇਖੋ, ਖੁਸ਼ਨੁਮਾ ਖਬਰ ਨਹੀਂ ਅੱਜ ਤੁਹਾਡੇ ਵਾਸਤੇ ਸ਼ਾਇਦ ਮਾਣ ਮੱਤਾ ਸਬਬ ਵੀ ਕਹਿ ਸਕਦੇ ਹਾਂ ਆਪਾਂ NRIs ਵਾਸਤੇ, ਕਿਉਂਕਿ ਕਈ ਦੁਸ਼ਵਾਰੀਆਂ ਪੇਸ਼ ਆਈਆਂ ਜਦੋਂ ਖਾਸ ਤੌਰ ਤੇ ਸਾਡੇ ਇੱਥੇ ਕਿਸਾਨ ਅੰਦੋਲਨ ਚੱਲਿਆ ਸੀਗਾ। ਤਾਂ ਇੱਕ ਨਾਮ ਸਭਨਾਂ ਨੂੰ ਯਾਦ ਹੋਏਗਾ ਆਪਾਂ ਨੂੰ, ਦਰਸ਼ਨ ਸਿੰਘ ਜੀ ਧਾਲੀਵਾਲ, US ਬੇਸਡ ਨੇ ਜਾਂ ਕਹਿ ਲਓ ਬਿਲੀਨੀਅਰ ਨੇ। ਬਿਲਕੁਲ, ਜਿਹੜੇ ਆਪਣੇ ਸਰਦਾਰਾਂ ਦੇ ਵਿੱਚੋਂ, ਪੰਜਾਬੀਆਂ ਦੇ ਵਿੱਚੋਂ ਜਿਨ੍ਹਾਂ ਨੇ ਪੂਰੀ ਦੁਨੀਆ 'ਚ ਧਾਕ ਜਮਾਈ ਹੈ, ਤਾਂ ਉਹਨਾਂ ਦੇ ਵਿੱਚੋਂ ਸਰਦਾਰ ਦਰਸ਼ਨ ਸਿੰਘ ਜੀ ਧਾਲੀਵਾਲ ਇੱਕ ਨੇ, ਸਨਮਾਨਯੋਗ ਨੇ। ਤਾਂ ਉਹਨਾਂ ਨੂੰ ਤੁਹਾਨੂੰ ਯਾਦ ਹੋਏਗਾ ਅਕਤੂਬਰ 2021 ਦੀ ਗੱਲ ਆ, ਇੱਥੇ ਪੁੱਤਰ ਨਹੀਂ ਸੀ ਦਿੱਤਾ, ਮਤਲਬ ਵਾਪਸ ਭੇਜਤਾ ਸੀ। ਇੰਡੀਆ ਗਵਰਨਮੈਂਟ ਨੇ ਇਜਾਜ਼ਤ ਨਹੀਂ ਸੀ ਦਿੱਤੀ, ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਸੀ ਲੰਗਰਾਂ 'ਚ ਜਦੋਂ ਅੰਦੋਲਨ ਚੱਲ ਰਹੇ ਸੀਗੇ। ਤਾਂ ਉਸ ਵੇਲੇ ਬੜੀ ਆਲੋਚਨਾ ਕੀਤੀ ਗਈ ਸੀਗੀ ਨਰਿੰਦਰ ਮੋਦੀ ਸਰਕਾਰ ਦੀ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਤੁਹਾਨੂੰ, ਪਰ ਕੌਣ ਕਹੇ, ਰਾਣੀ ਅੱਗਾ ਕੱਜ ਤਾਂ ਕੋਈ ਨਹੀਂ ਕਹਿ ਸਕਦਾ ਬਈ ਇਹਨਾਂ ਨੂੰ, ਇਹ ਆਪਣੀ ਮਰਜ਼ੀ ਦੇ ਮਾਲਕ। ਇਹਨਾਂ ਨੇ ਤਾਂ ਅਮਰੀਕਾ ਦਾ ਇੱਕ ਜਰਨਲਿਸਟ ਜਿਹੜਾ ਆਇਆ ਸੀਗਾ ਮੁੰਡਾ ਸਾਡਾ ਇੱਥੇ, ਸਿੱਖ ਸਰਦਾਰ ਸੀ, ਉਹਨੂੰ ਵੀ ਪਰਤਾ ਦਿੱਤਾ ਸੀਗਾ। ਬਹੁਤ ਵਧੀਆ ਕੰਮ ਕਰਦਾ। ਤਾਂ ਖੈਰ ਹੁਣ ਇਹਨਾਂ ਨੇ ਪਤਾ ਨਹੀਂ ਕਿੱਦਾਂ ਆਪਣੀ ਗਲਤੀ ਸੁਧਾਰੀ ਹੈ, ਜਾਂ ਇਹਨਾਂ ਨੂੰ ਲੱਗਿਆ ਕਿ ਨਹੀਂ ਬਈ ਇਹਦੇ ਨਾਲ ਸਾਡੀ ਜਿਹੜੀ ਜੋ ਵੀ ਕੰਮ ਕਰਨ ਦੀ ਢੰਗ ਹੈ, ਪ੍ਰਣਾਲੀ ਹੈ ਸਾਡੀ, ਉਹਦੀ ਆਲੋਚਨਾ ਹੋਈ ਹੈ। ਤਾਂ ਇਹਨਾਂ ਨੇ ਹੁਣ ਆਪਣੀ ਗਲਤੀ ਨੂੰ ਸੁਧਾਰਦਿਆਂ ਦਰਸ਼ਨ ਸਿੰਘ ਧਾਲੀਵਾਲ ਜੀ ਨੂੰ ਪ੍ਰਵਾਸੀ ਭਾਰਤੀ सम्मान देने का फैसला किया है। इन्हों चुनिया गया, साडे वास्ते बड़ी मान वाली गल है। सो ये इंदौर दे विच होएगा जनवरी 8 तो 10 के दरमियान ये समागम होना है। तो उहदे विच दर्शन सिंह जी धालीवाल नूं पुरस्कृत किया जाना है। तो उन्होंने पंजाब का नाम चमकाया है, अपने परिवार का, और इन्हों का पिंड रखड़ा है और इन्हों का पोलीटिकल बैकग्राउंड भी है। सुरजीत सिंह रखड़ा जिहड़े अकाली दल के नेता ने, वो इन्हों के भराता ने। ओह अच्छा जी। जी, ਇਹਨਾਂ ਦੇ ਤਕਰੀਬਨ 1000 ਤੋਂ ਵੀ ਜ਼ਿਆਦਾ ਗੈਸ ਸਟੇਸ਼ਨ ਨੇ ਜੀ ਅਮਰੀਕਾ ਦੇ ਵਿੱਚ। ਪੈਟਰੋਲ ਪੰਪਾਂ ਦੀ, ਗੈਸ ਸਟੇਸ਼ਨ ਦੀ ਸਭ ਤੋਂ ਵੱਡੀ ਚੇਨ ਉਹਦੇ ਇਹ ਮਾਲਕ ਨੇ ਤੇ ਬਹੁਤ ਬੜੇ ਕਾਮਯਾਬ ਬਿਜ਼ਨਸ ਪਰਸਨ ਨੇ। ਜਿਹੜੇ ਆ ਪ੍ਰਵਾਸੀ ਭਾਰਤੀ ਜਿਹੜੇ ਇਨਾਮ ਦਿੱਤੇ ਜਾਣੇ, ਮੈਂ ਕਿਹਾ 27 ਜਣਿਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਤੇ ਜਿਨ੍ਹਾਂ ਦੇ ਵਿੱਚ ਦਰਸ਼ਨ ਸਿੰਘ ਧਾਲੀਵਾਲ ਜੀ ਦਾ ਨਾਮ ਵੀ ਸ਼ਾਮਲ ਹੈ। ਸੋ ਚੰਗੀ ਗੱਲ ਹੈ ਜੀ। ਮਤਲਬ ਇਹ ਜਿਹੜੇ ਐਕਨੋਲੇਜਮੈਂਟਸ ਨੇ, ਅਸੀਂ ਅਕਸਰ ਗੱਲ ਕਰਦੇ ਹਾਂ ਨਾ ਵੀ ਜਿਹੜੇ ਚੰਗਾ ਕੰਮ ਕਰ ਰਹੇ ਵਿਅਕਤੀ ਨੇ ਉਹਨਾਂ ਨੂੰ ਐਕਨੋਲੇਜ ਕੀਤਾ ਜਾਣਾ ਚਾਹੀਦਾ, ਤਾਈਓ ਫਿਰ ਹੋਰਾਂ ਨੂੰ ਵੀ ਪ੍ਰੇਰਣਾ ਮਿਲਦੀ ਆ। ਇਹ ਉਧਰ ਨੂੰ ਇਹ ਉਹਦੇ ਵੱਲ ਇਸ਼ਾਰਾ ਹੈ। ਬਿਲਕੁਲ 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 ਇਹ ਹੈ ਕਿ ਦੇਖੋ, ਤੁਹਾਡਾ ਜਦੋਂ ਨਾਂ ਹੁੰਦਾ ਹੈ ਨਾ ਵਿਜੇ ਜੀ, ਤੁਹਾਡੇ ਜਿਹੜੇ ਕਰਮ ਹੁੰਦੇ ਨੇ, ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਨੇ, ਉਹ ਇੱਕ ਨਾ ਇੱਕ ਦਿਨ ਆਪਣੇ ਆਪ ਹੀ ਲੋਕਾਂ ਨੂੰ ਗਲਤ, ਚਾਹੇ ਉਹ ਲੋਕਾਂ 'ਚ ਸਰਕਾਰਾਂ ਵੀ ਕਿਉਂ ਨਾ ਹੋਣ, ਆਪਣੇ ਆਪ ਹੀ ਉਹਨਾਂ ਨੂੰ ਗਲਤ ਸਾਬਤ ਕਰ ਦਿੰਦੀਆਂ। ਇਹਨਾਂ ਨੇ ਕੁਝ ਨਹੀਂ ਕੀਤਾ, ਬੋਲੇ ਨਹੀਂ, ਚੁੱਪਚਾਪ, ਕੋਈ ਵੱਡੀ ਕੋਈ ਸਟੇਟਮੈਂਟ ਨਹੀਂ ਦੇਖੀ, ਕੁਛ ਲੈਣਾ ਨਹੀਂ ਦੇਣਾ ਨਹੀਂ। ਔਰ ਉਹੀ ਭਾਰਤ ਸਰਕਾਰ ਅੱਜ ਇਹਨਾਂ ਨੂੰ ਪੁਰਸਕ੍ਰਿਤ ਕਰ ਰਹੀ ਹੈ। ਤੇ ਇਹਦਾ ਮਤਲਬ ਹੈ ਕਿ ਬੰਦੇ ਮੇਂ ਦਮ ਹੈ ਜੀ।